ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਆਪ ਜੀ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਸਰਵਣ ਕਰਨ ਜਾ ਰਹੇ ਹੋ, ਇਹ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਅੰਕਿਤ ਹੈ, ਜਿਸ ਵਿੱਚ ਭਾਈ ਗੁਰਦਾਸ ਜੀ ਧਰੂਵ ਭਗਤ ਦੀ ਮਹਿਮਾ ਨੂੰ ਬਿਆਨ ਕਰਦੇ ਹੋਏ ਆਪਣੀ ਪਾਵਨ ਪਵਿੱਤਰ ਬਾਣੀ ਵਿੱਚ ਉਪਦੇਸ਼ ਕਰਦੇ ਹਨ। ਧਰੂਵ ਭਗਤ ਜੀ ਜੋ 5 ਸਾਲ ਦੀ ਉਮਰ ਹੈ ਅਤੇ ਉਹਦੇ ਪਿਤਾ ਜੀ ਨੇ ਉਹਦੀ ਮਾਤਾ ਦੇ ਹੁੰਦਿਆਂ ਦੂਸਰੀ ਸ਼ਾਦੀ ਕਰਵਾ ਲਈ ਹੈ। ਸੋ ਭਾਈ ਗੁਰਦਾਸ ਜੀ ਕਹਿੰਦੇ ਹਨ, ਧਰੂਵ ਹੱਸਦਾ ਕਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ। ਧਰੂਵ ਭਗਤ ਜੀ ਬਾਹਰੋਂ ਬੱਚਿਆਂ ਦੇ ਨਾਲ ਹੱਸਦੇ ਖੇਡਦੇ ਹੋਏ ਜਦੋਂ ਆਪਣੇ ਰਾਜ ਮਹਿਲਾਂ ਵਿੱਚ ਪਹੁੰਚੇ ਅਤੇ ਧਰੂਵ ਭਗਤ ਦੇ ਪਿਤਾ ਜੀ ਨੇ, ਰਾਜੇ ਨੇ ਧਰੂਵ ਨੂੰ ਆਪਣੇ ਕੁਛੜ ਚੁੱਕ ਲਿਆ ਅਤੇ ਫਿਰ ਗੋਦ ਵਿੱਚ ਬਿਠਾ ਕੇ ਧਰੂਵ ਦੇ ਨਾਲ ਜਦੋਂ ਪਿਆਰ ਕਰਨ ਲੱਗਾ ਅਤੇ ਇਹ ਦੇਖ ਕੇ ਧਰੂਵ ਭਗਤ ਦੀ ਮਤਰੇਈ ਮਾਂ ਨੇ ਮਨ ਵਿੱਚ ਕ੍ਰੋਧ ਕੀਤਾ, ਗੁੱਸਾ ਕੀਤਾ ਅਤੇ ਆਪਣੇ ਪਿਤਾ ਦੀ ਗੋਦ ਵਿੱਚ ਬੈਠੇ ਧਰੂਵ ਭਗਤ ਜੀ ਨੂੰ ਬਾਂਹ ਪਕੜ ਕੇ ਉਠਾ ਲਿਆ ਅਤੇ ਮੂੰਹ ਉੱਤੇ ਇੱਕ ਜ਼ੋਰ ਦੀ ਮਤਰੇਈ ਮਾਂ ਨੇ ਥੱਪੜ ਮਾਰਿਆ। ਧਰੂਵ ਹੱਸਦਾ ਕਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ। ਧਰੂਵ ਭਗਤ ਜੀ ਛੋਟੀ ਉਮਰ ਵਿੱਚ ਹੱਸਦੇ ਖੇਡਦੇ ਮਿੱਤਰਾਂ ਦੇ ਨਾਲ ਖੇਡਦੇ ਹੋਏ ਆਪਣੇ ਘਰ ਰਾਜ ਮਹਿਲਾਂ ਵਿੱਚ ਪਹੁੰਚੇ ਅਤੇ ਪਿਤਾ ਨੇ ਧਰੂਵ ਨੂੰ ਚੁੱਕ ਕੇ ਆਪਣੀ ਛਾਤੀ ਨਾਲ ਲਾਇਆ, ਕੁਛੜ ਚੁੱਕ ਲਿਆ ਅਤੇ ਫਿਰ ਆਪਣੀ ਗੋਦ ਵਿੱਚ ਬਿਠਾ ਲਿਆ। ਸੋ ਧਰੂਵ ਭਗਤ ਦੀ ਮਤਰੇਈ ਮਾਂ ਨੇ ਮਨ ਵਿੱਚ ਕ੍ਰੋਧ ਕੀਤਾ, ਗੁੱਸਾ ਕੀਤਾ, ਪਿਤਾ ਦੀ ਗੋਦ ਵਿੱਚ ਬੈਠੇ ਧਰੂਵ ਨੂੰ ਬਾਹੋਂ ਫੜ ਕੇ ਉਠਾ ਕੇ ਜ਼ੋਰ ਦੀ ਥੱਪੜ ਮਾਰਿਆ ਅਤੇ ਨਾਲੇ ਬਚਨ ਕੀਤਾ ਕਿ ਜੇ ਪਿਤਾ ਦੀ ਗੋਦ ਵਿੱਚ ਬੈਠਣਾ ਸੀ ਤਾਂ ਤੂੰ ਮੇਰੀ ਕੁੱਖ ਤੋਂ ਜਨਮ ਲੈਂਦਾ, ਤਾਂ ਤੈਨੂੰ ਮੈਂ ਪਿਤਾ ਦੀ ਗੋਦ ਵਿੱਚ ਬੈਠਣ ਦੀ ਆਗਿਆ ਦਿੰਦੀ। ਭਾਈ ਗੁਰਦਾਸ ਜੀ ਕਹਿੰਦੇ ਹਨ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ ਅਤੇ ਮਤਰੇਈ ਮਾਂ ਨੇ ਧਰੂਵ ਭਗਤ ਜੀ ਨੂੰ ਬਾਹੋਂ ਫੜ ਕੇ ਪਿਤਾ ਦੀ ਗੋਦ ਵਿੱਚ ਉਠਾ ਕੇ ਮੂੰਹ 'ਤੇ ਥੱਪੜ ਮਾਰਿਆ ਅਤੇ ਮਨ ਵਿੱਚ ਬਹੁਤ ਰੋਸ ਕੀਤਾ। ਅੱਗੋਂ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਜਦੋਂ ਮਤਰੇਈ ਮਾਤਾ ਨੇ ਧਰੂਵ ਭਗਤ ਦੇ ਮੂੰਹ ਉੱਤੇ ਚਪੇੜ ਮਾਰੀ, ਥੱਪੜ ਮਾਰਿਆ ਅਤੇ ਰੋਂਦੇ ਹੋਏ ਧਰੂਵ ਨੇ, ਜੋ ਉਹਦੀ ਅਸਲੀ ਮਾਤਾ ਗੋਲੀਆਂ ਵਾਲਾ ਜੀਵਨ ਬਤੀਤ ਕਰ ਰਹੀ ਹੈ ਅਤੇ ਨਲਕੇ 'ਤੇ ਜੂਠੇ ਬਰਤਨ ਮਾਂਜ ਰਹੀ ਹੈ, ਅਤੇ ਧਰੂਵ ਭਗਤ ਜੀ ਰੋਂਦੇ ਹੋਏ ਆਪਣੀ ਮਾਤਾ ਦੇ ਕੋਲ ਗਏ, ਮਾਤਾ ਦੇ ਕੰਧੇ 'ਤੇ ਹੱਥ ਰੱਖ ਕੇ ਕਹਿਣ ਲੱਗਾ ਧਰੂਵ ਭਗਤ ਕਿ ਹੇ ਮਾਂ, ਤੂੰ ਮੈਨੂੰ ਦੱਸ, ਇਸ ਘਰ ਦੀ ਮਾਲਕਣ ਹੈ, ਤੂੰ ਰਾਣੀ ਹੈ ਕਿ ਸਰੀਤਾ ਹੈ ਕਿ ਦਾਸੀ ਹੈ? ਕਿਉਂਕਿ ਤੂੰ ਰਾਣੀ ਹੁੰਦਿਆਂ ਹੋਇਆਂ ਵੀ ਦਾਸੀਆਂ ਵਾਲਾ ਜੀਵਨ ਬਤੀਤ ਕਰ ਰਹੀ ਹੈ। ਇਸ ਕਰਕੇ ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ, ਡੱਡੋ ਲਿਕਾ ਮਾਂ ਪੁੱਛੇ, ਤੂੰ ਸਵਾਣੀ ਹੈ ਕਿ ਸਰੀਤਾ। ਰੋਂਦੇ ਹੋਏ 5 ਸਾਲ ਦੇ ਉਮਰ ਵਿੱਚ ਧਰੂਵ ਭਗਤ ਜੀ ਨੇ ਆਪਣੀ ਮਾਂ ਨੂੰ ਪੁੱਛਿਆ ਕਿ ਮਾਂ, ਤੂੰ ਦੱਸ, ਇਸ ਘਰ ਦੀ ਮਾਲਕਣ ਹੈ, ਰਾਣੀ ਹੈ ਕਿ ਦਾਸੀ ਹੈ? ਕਿ ਰਾਣੀ ਹੁੰਦਿਆਂ ਤੂੰ ਦਾਸੀਆਂ ਵਾਲਾ ਜੀਵਨ ਬਤੀਤ ਕਰ ਰਹੀ ਹੈ। ਡੱਡੋ ਲਿਕਾ ਮਾਂ ਪੁੱਛੇ, ਤੂੰ ਸਵਾਣੀ ਹੈ ਕਿ ਸਰੀਤਾ। ਅੱਗੋਂ ਧਰੂਵ ਭਗਤ ਜੀ ਮਾਤਾ, ਅਸਲੀ ਮਾਤਾ ਕਹਿੰਦੀ ਹੈ ਕਿ ਬੇਟਾ, ਮੈਂ ਜਨਮ ਤੋਂ ਹੀ ਰਾਣੀ ਹਾਂ, ਮੈਂ ਵੀ ਇੱਕ ਰਾਜਕੁਮਾਰੀ ਸਾਂ, ਕਿਸੇ ਰਾਜੇ ਦੀ ਪੁੱਤਰੀ ਹਾਂ, ਤਾਂ ਹੀ ਤੇਰੇ ਪਿਤਾ ਰਾਜਕੁਮਾਰ ਦੇ ਨਾਲ ਮੇਰਾ ਸੰਜੋਗ ਹੋਇਆ ਹੈ, ਵਿਆਹ ਹੋਇਆ ਹੈ। ਮੈਂ ਤਾਂ ਜਨਮ ਤੋਂ ਹੀ ਰਾਣੀ ਹਾਂ, ਪਰ ਮੈਂ ਨਾ ਪਰਮਾਤਮਾ ਦੀ ਭਗਤੀ ਕੀਤੀ ਹੈ, ਨਾ ਕੋਈ ਚੰਗਾ ਕਰਮ ਕੀਤਾ ਹੈ। ਇਹ ਪੁੱਤਰ, ਇਸ ਕਰਕੇ ਮੈਂ ਰਾਣੀ ਹੁੰਦਿਆਂ ਹੋਇਆਂ ਵੀ ਜੋ ਦਾਸੀਆਂ ਵਾਲਾ ਜੀਵਨ ਬਤੀਤ ਕਰ ਰਹੀ ਹਾਂ,
ਡੱਡੋ ਲਿਕਾ ਮਾਂ ਪੁੱਛੇ, ਰੋਂਦੇ ਹੋਏ ਧਰੂ ਨੇ ਆਪਣੀ ਮਾਂ ਨੂੰ ਪੁੱਛਿਆ, ਮਾਂ ਤੂੰ ਸਵਾਣੀ ਹੈ ਕਿ ਸਰੀਤਾ, ਕਿ ਤੂੰ ਇਸ ਘਰ ਦੀ ਮਾਲਕਣ ਹੈ ਜਾਂ ਗੋਲੀ ਹੈ ਕਿ ਦਾਸੀ ਹੈ। ਸਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਤੇ ਧਰੂ ਭਗਤ ਜੀ ਮਾਤਾ ਕਹਿਣ ਲੱਗੇ, ਹੇ ਪੁੱਤਰ, ਮੈਂ ਜਨਮਾਂ ਤੋਂ ਹੀ ਰਾਣੀ ਹਾਂ, ਇਸ ਕਰਕੇ ਮੈਂ ਕੋਈ ਚੰਗਾ ਕਰਮ ਨਹੀਂ ਕੀਤਾ, ਨਾ ਪਰਮਾਤਮਾ ਦੀ ਭਗਤੀ ਕੀਤੀ ਹੈ, ਜਿਸ ਕਰਕੇ ਮੈਂ ਰਾਣੀ ਹੁੰਦਿਆਂ ਹੋਇਆਂ ਵੀ ਦਾਸੀਆਂ ਵਾਲਾ ਜੀਵਨ ਬਤੀਤ ਕਰ ਰਹੀ ਹਾਂ। ਸਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਸੋ ਸਾਧ ਸੰਗਤ ਜੀ, ਰੋਂਦੇ ਹੋਏ ਛੋਟੀ ਉਮਰ ਵਿੱਚ ਭਗਤ ਧਰੂ ਜੀ ਆਪਣੀ ਮਾਂ ਨੂੰ ਪੁੱਛਦੇ ਹਨ ਕਿ ਮਾਂ, ਫਿਰ ਮੈਂ ਕਿਹੜਾ ਉਦਮ ਕਰਾਂ, ਕਿਹੜਾ ਕਰਮ ਕਰਾਂ ਕਿ ਮੈਨੂੰ ਦੁਨੀਆ ਦਾ ਰਾਜ ਭਾਗ ਮਿਲ ਜਾਵੇ, ਫਿਰ ਮੈਨੂੰ ਕੋਈ ਪਿਤਾ ਦੀ ਗੋਦ ਵਿੱਚੋਂ ਮਤਰੇਈ ਮਾਂ ਬਾਂਹ ਫੜ ਕੇ ਨਾ ਉਠਾ ਸਕੇ। ਐਸੀ ਕੋਈ ਵਿਧੀ, ਐਸਾ ਕੋਈ ਢੰਗ ਦੱਸ, ਐਸਾ ਕੋਈ ਉਪਦੇਸ਼ ਦੱਸ ਜਿਸ ਉੱਤੇ ਚੱਲ ਕੇ ਮੈਂ ਪਰਮਾਤਮਾ ਦੀ ਭਗਤੀ ਕਰਾਂ, ਚੰਗੇ ਕਰਮ ਕਰਾਂ ਕਿ ਦੁਨੀਆ ਦਾ ਰਾਜ ਭਾਗ ਕੀ ਮੈਨੂੰ ਉਸ ਪਰਲੋਕ ਤੇ ਇਸ ਲੋਕ ਘਰ ਦਾ, ਦੋਨੋਂ ਜਹਾਨਾਂ ਦਾ ਰਾਜ ਭਾਗ ਪ੍ਰਾਪਤ ਹੋ ਜਾਵੇ। ਕਿਸ ਉਦਮ ਤੇ ਰਾਜ ਮਿਲੇ, ਹੇ ਮਾਂ ਮੈਂ ਕਿਹੜਾ ਉਦਮ ਕਰਾਂ ਕਿ ਮੈਨੂੰ ਦੁਨੀਆ ਦਾ ਰਾਜ ਭਾਗ ਮਿਲ ਜਾਵੇ। ਸਤਰੂ ਤੇ ਸਭ ਹੋਣ ਮੀਤਾ, ਤੇ ਮੇਰੇ ਦੁਸ਼ਮਣ ਵੀ ਜਿਹੜੇ ਹਨ ਮੇਰੀ ਮਤਰੇਈ ਮਾਂ ਵਰਗੇ, ਜਿਸ ਨੇ ਮੈਨੂੰ ਪਿਤਾ ਦੀ ਗੋਦ ਵਿੱਚ ਉਠਾ ਦਿੱਤਾ ਹੈ। ਮੇਰੇ ਸ਼ਤਰੂ ਮੇਰੇ ਮਿੱਤਰ ਬਣ ਜਾਣ, ਮੇਰੇ ਸੱਜਣ ਬਣ ਜਾਣ, ਮੈਂ ਕਿਹੜਾ ਯਤਨ ਕਰਾਂ ਤੇ ਕਿਸ ਤਰੀਕੇ ਦੇ ਨਾਲ ਮੇਰੇ ਦੁਸ਼ਮਣ ਮੇਰੇ ਮਿੱਤਰ ਬਣ ਜਾਣ ਤੇ ਮੈਨੂੰ ਇਸ ਲੋਕ ਦਾ ਪਰਲੋਕ ਰੂਪੀ ਘਰ ਦਾ ਰਾਜ ਪ੍ਰਾਪਤ ਹੋਵੇ। ਮਾਤਾ ਜੀ ਅੱਗੇ ਉਪਦੇਸ਼ ਕਰਦੇ ਹਨ ਕਿ ਪੁੱਤਰ, ਪਰਮੇਸ਼ਰ ਅਰਾਧੀਏ, ਕਿ ਜੇ ਤੂੰ ਪਰਮੇਸ਼ਰ ਦੀ ਆਰਾਧਨਾ ਕਰੇਗਾ, ਅਕਾਲ ਪੁਰਖ ਦਾ ਸਿਮਰਨ ਕਰੇਗਾ, ਉਹਨੂੰ ਧਿਆਏਗਾ, ਜਿੱਦੂ ਹੋਈਏ ਪਤਤ ਪਨੀਤਾ, ਜਿਸ ਅਕਾਲ ਪੁਰਖ ਦਾ ਸਿਮਰਨ ਕਰਕੇ ਪਤਤ ਹੋਏ ਜੀਵ ਜਿਹੜੇ ਹਨ ਉਹ ਪਵਿੱਤਰ ਆਤਮਾ ਵਾਲੇ ਹੋ ਜਾਂਦੇ ਹਨ। ਜੇ ਤੂੰ ਪਰਮਾਤਮਾ ਦੀ ਭਗਤੀ ਕਰੇਗਾ, ਸਿਮਰਨ ਕਰੇਗਾ, ਚੰਗੇ ਆਚਰਨ 'ਤੇ ਚੱਲੇਗਾ, ਚੰਗੇ ਕਰਮ ਕਰੇਗਾ, ਤਾਂ ਫਿਰ ਇਸ ਦੁਨੀਆ ਦਾ ਕੀ, ਤੈਨੂੰ ਤੇ ਪਰਲੋਕ ਰੂਪੀ ਵੀ ਘਰ ਦਾ ਵੀ ਰਾਜ ਭਾਗ ਜਿਹੜਾ ਹੈ ਉਹ ਪਰਮਾਤਮਾ ਵੱਲੋਂ ਪ੍ਰਾਪਤ ਹੋਵੇਗਾ। ਫਿਰ ਕੋਈ ਦੁਨੀਆ ਦੀ ਮਤਰੇਈ ਮਾਂ ਤੂੰ ਉਸ ਅਕਾਲ ਪੁਰਖ ਦੀ ਗੋਦ ਵਿੱਚ ਬੈਠ ਜਾਵੇਗਾ, ਜਿੱਥੋਂ ਕਿ ਦੁਨੀਆ ਦੀ ਮਾਂ ਤੈਨੂੰ ਪਿਤਾ ਦੀ ਗੋਦ ਵਿੱਚੋਂ ਬਾਂਹ ਫੜ ਕੇ ਨਹੀਂ ਉਠਾ ਸਕੇਗੀ। ਕਿਸ ਉਦਮ ਤੇ ਰਾਜ ਮਿਲੇ, ਸਤਰੂ ਤੇ ਸਭ ਹੋਣ ਮੀਤਾ, ਪਰਮੇਸ਼ਰ ਆਰਾਧੀਏ, ਜਿੱਦੂ ਹੋਈਏ ਪਤਤ ਪਨੀਤਾ। ਮਤਰੇਈ ਮਾਂ ਕਹਿੰਦੀ, ਧਰੂ ਭਗਤ ਜੀ, ਅਸਰੀ ਮਾਤਾ ਕਹਿੰਦੀ ਹੈ ਕਿ ਪੁੱਤਰ, ਜੇ ਪਰਮੇਸ਼ਰ ਦੀ ਆਰਾਧਨਾ ਕਰੇਗਾ ਤੇ ਪਤਤ ਹੋਏ ਜੀਵ ਜਿਹੜੇ ਪਵਿੱਤਰ ਆਤਮਾ ਵਾਲੇ ਹੋ ਜਾਂਦੇ ਹਨ, ਤੂੰ ਵੀ ਪਵਿੱਤਰ ਆਤਮਾ ਵਾਲਾ ਹੋ ਜਾਵੇਗਾ। ਫਿਰ ਕੋਈ ਦੁਨੀਆ ਦੀ ਮਤਰੇਈ ਮਾਂ ਪਿਤਾ ਦੀ ਗੋਦ ਵਿੱਚੋਂ ਨਹੀਂ ਉਠਾ ਸਕੇਗੀ। ਇਸ ਕਰਕੇ ਧਰੂ ਭਗਤ ਜੀ ਮਾਤਾ ਦਾ ਉਪਦੇਸ਼ ਸੁਣ ਕੇ ਹੁਣ ਭਗਤੀ ਸਿਮਰਨ ਕਰਨ ਵਾਸਤੇ ਵਿਰਾਗੀ ਹੋ ਗਏ ਹਨ। ਮਨ ਵਿੱਚ ਵਿਰਾਗ ਧਾਰਨ ਕੀਤਾ ਹੈ ਤੇ ਆਪਣੇ ਪਿਤਾ ਦੇ ਸੁੰਦਰ ਮਹਿਲ ਛੱਡ ਕੇ ਧਰੂ ਭਗਤ ਜੀ 5 ਸਾਲ ਦੀ ਉਮਰ ਵਿੱਚ ਆਪਣੇ ਮਹਿਲਾਂ ਤੋਂ ਜੰਗਲਾਂ ਵੱਲ ਰਵਾਨਾ ਹੋ ਗਏ ਹਨ। ਬਾਹਰ ਚੱਲਿਆ ਕਰਨ ਤਪ, ਮਨ ਵਿਰਾਗੀ ਹੋਏ ਅਤੀਤਾ। ਇਸ ਤਰ੍ਹਾਂ ਧਰੂ ਭਗਤ ਜੀ ਸੁੰਦਰ ਮਹਿਲਾਂ ਨੂੰ ਛੱਡ ਕੇ, ਪਿਤਾ ਦਾ ਪਿਆਰ ਤਿਆਗ ਕੇ, ਮਾਂ ਦਾ ਪਿਆਰ ਤਿਆਗ ਕੇ ਬਾਹਰ ਜੰਗਲਾਂ ਵੱਲ ਤਪ ਸਾਧਨਾ ਕਰਨ ਵਾਸਤੇ ਵਿਰਾਗੀ ਹੋ ਗਏ ਹਨ। ਬਾਹਰ ਚੱਲਿਆ ਕਰਨ ਤਪ, ਮਨ ਵਿਰਾਗੀ ਹੋਏ ਅਤੀਤਾ। ਅੱਗਿਓਂ ਰਸਤੇ ਵਿੱਚ ਜਾਂਦਿਆਂ ਨਾਰਦ ਮੁਨੀ ਜੀ ਮਿਲਦੇ ਹਨ ਤੇ ਭਗਤ ਧਰੂ ਜੀ ਨੂੰ ਉਪਦੇਸ਼ ਦਿੰਦੇ ਹਨ, ਗੁਰਮੰਤਰ ਦਿੰਦੇ ਹਨ ਕਿ ਬੇਟਾ ਜੀ ਇਸ ਨਾਮ ਦਾ ਸਿਮਰਨ ਕਰੇਗਾ, ਗੁਰਮੰਤਰ ਦਾ ਜਾਪ ਕਰੇਗਾ ਤਾਂ ਤੂੰ ਪਵਿੱਤਰ ਆਤਮਾ ਨੂੰ ਪਹੁੰਚੇਗਾ। ਨਾਰਦ ਮੁਨ ਉਪਦੇਸਿਆ, ਨਾਮ ਨਿਧਾਨ ਅਮਿਓ ਰਸ ਪੀਤਾ, ਕਿ ਨਾਮ ਦਾ ਖਜ਼ਾਨਾ ਤੈਨੂੰ ਪ੍ਰਾਪਤ ਹੋਵੇਗਾ। ਅੰਮ੍ਰਿਤ ਰੂਪੀ ਨਾਮ ਰਸ ਪੀ ਕੇ ਤੂੰ ਸਦਾ ਵਾਸਤੇ ਤ੍ਰਿਪਤ ਹੋ ਜਾਵੇਗਾ, ਸਦਾ ਵਾਸਤੇ ਅਮਰ ਹੋ ਜਾਵੇਗਾ। ਤੇ ਇਸ ਤਰ੍ਹਾਂ ਧਰੂ ਭਗਤ ਜੀ ਨੇ ਨਾਰਦ ਮੁਨੀ ਦੇ ਪਾਸੋਂ ਗੁਰਮੰਤਰ ਲੈ ਕੇ, ਉਹਨਾਂ ਦੇ ਉਪਦੇਸ਼ 'ਤੇ ਚੱਲ ਕੇ ਜੰਗਲ ਵਿੱਚ ਜਾ ਕੇ ਇਕਾਂਤ ਜਗ੍ਹਾ 'ਤੇ
ਬੈਠ ਕੇ ਸਮਾਧੀ ਲਾ ਲਈ। ਜਦੋਂ ਰਾਜੇ ਨੂੰ ਪਤਾ ਲੱਗਾ, ਧਰੂਪ ਭਗਤ ਦੇ ਪਿਤਾ ਨੂੰ ਪਤਾ ਲੱਗਾ ਕਿ ਮੇਰਾ ਪੁੱਤਰ ਜੋ ਜੰਗਲਾਂ ਵੱਲੋਂ ਤੁਰ ਪਿਆ ਹੈ, ਘਰ-ਬਾਰ ਤਿਆਗ ਕੇ, ਪਰਿਵਾਰ ਨੂੰ ਛੱਡ ਕੇ ਸਾਡੇ ਤੋਂ ਦੂਰ ਹੋ ਗਿਆ ਹੈ, ਤਾਂ ਉਸਨੇ ਧਰੂਪ ਭਗਤ ਜੀ ਨੂੰ ਪਿੱਛੋਂ ਸਿਪਾਹੀਆਂ ਨੂੰ ਭੇਜਿਆ ਬੁਲਾਉਣ ਵਾਸਤੇ ਕਿ ਧਰੂਪ ਨੂੰ ਜਾ ਕੇ ਵਾਪਸ ਲੈ ਕੇ ਆਓ ਅਤੇ ਉਹਨੂੰ ਕਹੋ ਕਿ ਤੇਰੇ ਪਿਤਾ ਰਾਜਾ ਕਹਿੰਦਾ ਹੈ ਕਿ ਅੱਧਾ ਰਾਜ ਭਾਗ ਮੈਂ ਤੈਨੂੰ ਹੁਣੇ ਦਿੰਦਾ ਹਾਂ, ਤੂੰ ਘਰ ਵਾਪਸ ਪਰਤ ਆ। ਪਿੱਛੋਂ ਰਾਜੇ ਸੱਦਿਆ, ਅਬ ਚਲ ਰਾਜ ਕਰੋ ਨਿਤ ਨੀਤਾ, ਕਿ ਆਓ ਆਪਣੇ ਘਰ ਦਾ ਮਹਿਲਾਂ ਦਾ ਰਾਜ ਭਾਗ ਆ ਕੇ ਸੰਭਾਲੋ ਅਤੇ ਤੁਸੀਂ ਸੁੰਦਰ ਮਹਿਲਾਂ ਵਿੱਚ ਰਹੋ। ਸੁੰਦਰ ਮਹਿਲਾਂ ਨੂੰ ਛੱਡ ਕੇ ਜੰਗਲਾਂ ਵਿੱਚ ਜਾ ਕੇ ਨਾ ਨਿਵਾਸ ਕਰੋ। ਹੁਣ ਧਰੂਪ ਭਗਤ ਜੀ ਨੇ ਮਨ ਵਿਚਾਰ ਕੀਤੀ, ਅਜੇ ਘਰ ਤੋਂ 2 ਕਦਮ ਹੀ ਤੁਰਿਆ ਹਾਂ ਅਤੇ ਪਿਤਾ ਦਾ ਸੁਨਾਹ ਆ ਗਿਆ ਹੈ ਕਿ ਅੱਧਾ ਰਾਜ ਭਾਗ ਮੇਰੇ ਕੋਲ ਲੈ ਕੇ ਤੂੰ ਘਰ ਵਿੱਚ ਰਹਿ। ਜੇ ਮੈਂ ਹੋਰ ਜਾ ਕੇ ਭਗਤੀ ਕਰਾਂਗਾ, ਸਿਮਰਨ ਕਰਾਂਗਾ, ਤਾਂ ਕਿਉਂ ਨਾ ਮੈਨੂੰ ਦੁਨੀਆ ਦਾ ਸਾਰਾ ਰਾਜ ਭਾਗ ਪ੍ਰਾਪਤ ਹੋਵੇਗਾ। ਫਿਰ ਮੈਂ ਉਸ ਅਕਾਲ ਪੁਰਖ ਦੀ ਗੋਦ ਵਿੱਚ ਬੈਠਾਂਗਾ ਜਿੱਥੋਂ ਕੋਈ ਦੁਨੀਆ ਦੀ ਮਾਂ, ਮਤਰੇਈ ਮਾਂ ਮੈਨੂੰ ਬਾਂਹ ਫੜ ਕੇ ਨਾ ਉਠਾ ਸਕੇਗੀ। ਪਿੱਛੋਂ ਰਾਜੇ ਸੱਦਿਆ, ਅਬ ਚਲ ਰਾਜ ਕਰੋ ਨਿਤ ਨੀਤਾ, ਹਾਰ ਚਲੇ ਗੁਰਮੁਖ ਜਗ ਜੀਤਾ। ਸੋ ਭਾਈ ਗੁਰਦਾਸ ਜੀ ਕਹਿੰਦੇ ਹਨ, ਜੋ ਮਨਮੁਖੀ ਜੀਵ ਆਪਣੀ ਮੱਤ ਪਿੱਛੇ ਲੱਗ ਕੇ ਪਰਮਾਤਮਾ ਤੋਂ ਬੇਮੁਖ ਹੋ ਜਾਂਦੇ ਹਨ, ਉਹ ਆਪਣੇ ਜੀਵਨ ਦੀ ਬਾਜੀ ਇੱਥੇ ਹਾਰ ਕੇ ਜਾਂਦੇ ਹਨ। ਜੋ ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੇ ਹੁਕਮ ਅਨੁਸਾਰੀ ਹੋ ਕੇ ਚੱਲਦੇ ਹਨ, ਉਹ ਸੰਸਾਰ ਤੋਂ ਜਿੱਤ ਕੇ ਜਾਂਦੇ ਹਨ। ਕਹਿੰਦੇ ਹਨ ਕਿ ਸਾਧ ਸੰਗਤ ਜੀ, ਇੱਕ ਵਾਰੀ ਧਰੂਪ ਭਗਤ ਜੀ ਜੰਗਲ ਵਿੱਚ ਸਮਾਧੀ ਲਾ ਕੇ ਪਰਮਾਤਮਾ ਦੀ ਭਗਤੀ ਕਰ ਰਹੇ ਸਨ ਅਤੇ ਬਹੁਤ ਜ਼ੋਰ ਦੀ ਬਾਰਿਸ਼ ਹੋ ਰਹੀ ਸੀ। ਕਈ ਦਿਨ ਲਗਾਤਾਰ ਬਾਰਿਸ਼ ਹੁੰਦੀ ਰਹੀ ਅਤੇ ਧਰੂਪ ਭਗਤ ਜੀ ਦਾ ਜੋ ਉਸ ਸਮੇਂ ਜੰਗਲ ਵਿੱਚ ਬੈਠਿਆਂ ਪਾਣੀ ਜਿਹੜਾ ਹੈ ਕੰਧਿਆਂ ਤੱਕ ਆ ਗਿਆ ਹੈ, ਫਿਰ ਗਲ ਤੱਕ ਆ ਗਿਆ ਹੈ, ਫਿਰ ਮੂੰਹ ਵਿੱਚ ਵੀ ਪਾਣੀ ਪੈਣ ਲੱਗ ਪਿਆ। ਜਦੋਂ ਧਰੂਪ ਭਗਤ ਦੀਆਂ ਨਾਸਾਂ ਤੱਕ ਪਾਣੀ ਗਿਆ ਅਤੇ ਧਰੂਪ ਭਗਤ ਜੀ ਪਾਣੀ ਵਿੱਚ ਡੁੱਬਣ ਲੱਗੇ, ਉਸ ਵੇਲੇ ਪਰਮਾਤਮਾ ਨੇ ਸਮੁੰਦਰ ਨੂੰ ਕਿਹਾ ਕਿ ਤੂੰ ਬਾਰਿਸ਼ ਬੰਦ ਕਰ ਦੇ, ਮੇਰਾ ਭਗਤ ਧਰੂਪ ਪਾਣੀ ਵਿੱਚ ਡੁੱਬ ਰਿਹਾ ਹੈ। ਅਤੇ ਕਹਿੰਦੇ ਹਨ ਕਿ ਜਦੋਂ ਸਮੁੰਦਰ ਨੇ ਪਰਮਾਤਮਾ ਦੀ ਆਗਿਆ ਨਹੀਂ ਮੰਨੀ ਅਤੇ ਬਾਰਿਸ਼ ਬੰਦ ਨਹੀਂ ਕੀਤੀ, ਤਾਂ ਉਦੋਂ ਅਕਾਲ ਪੁਰਖ ਨੇ ਆਪਣੀ ਸ਼ਕਤੀ ਦੁਆਰਾ ਸਾਰੇ ਸਮੁੰਦਰ ਦਾ ਪਾਣੀ ਖਿੱਚ ਲਿਆ। ਬਾਬਾ ਨਾਮਦੇਵ ਜੀ ਕਹਿੰਦੇ ਹਨ, ਜਲਦ ਬਾਦ ਧਰੂ ਥਾਪਿਓ ਹੋ, ਕਿ ਉਸ ਸਮੇਂ ਪਰਮਾਤਮਾ ਨੇ ਸਮੁੰਦਰ ਉੱਤੇ ਬੰਦ ਲਾ ਕੇ ਬਾਰਿਸ਼ ਰੋਕ ਦਿੱਤੀ ਅਤੇ ਧਰੂਪ ਭਗਤ ਜੀ ਨੂੰ ਪਾਣੀ ਵਿੱਚ ਡੁੱਬਣ ਤੋਂ ਬਚਾ ਰਿਹਾ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਸਤਿਗੁਰਾਂ ਦੀ ਪੁੱਤਰ ਦੀ ਬਾਣੀ ਵਿਚਾਰ ਕਰਦੇ ਸਮੇਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ, ਭੁੱਲਾਂ ਹੋ ਗਈਆਂ। ਆਪ ਸਰਬ ਸੰਗਤਾਂ ਗੁਰੂ ਸਾਹਿਬ ਜੀ ਬਖਸ਼ਣਯੋਗ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।